ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ। ਮੈਂ ਹਾਂ ਨਵਜੀਤ। ਗੱਲਬਾਤ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਦੇਸ਼ ਦੁਨੀਆ ਦੀਆਂ ਖਬਰਾਂ ਤੇ ਬਾਰੇ। ਸਭ ਤੋਂ ਪਹਿਲਾਂ ਜਿਹੜੀ ਖਬਰ ਤੇ ਚਰਚਾ ਕਰਾਂਗੇ ਉਹਦੇ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੋਈਆਂ, ਨਤੀਜੇ ਵੀ ਆ ਜਾਣੇ ਆ 2 ਦਿਨ ਤੱਕ, ਕਿਸ ਤਰ੍ਹਾਂ ਰਹਿਣਗੇ, ਕੀ ਸੰਭਾਵਨਾ ਲੱਗਦੀ ਹੈ, ਇਹਦੇ ਉੱਪਰ ਚਰਚਾ ਕਰਾਂਗੇ। ਉਸ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ, ਕੀ ਜ਼ਰੂਰਤ ਪੈ ਗਈ ਹੈ, ਰਾਜਨੀਤੀ ਦੀਆਂ ਵੀ ਕੁਝ ਖਬਰਾਂ ਨੇ। ਪਰ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ। ਪੰਨ ਸਾਹਿਬ ਬਹੁਤ ਬਹੁਤ ਸਵਾਗਤ ਜੀ। ਸ਼ੁਕਰੀਆ। ਪੰਨ ਸਾਹਿਬ, ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੋਈਆਂ, ਆਪਾਂ ਗੱਲ ਇੱਥੋਂ ਸ਼ੁਰੂ ਕਰ ਲੈਂਦੇ ਹਾਂ। ਇਸ ਵਾਰ ਲੋਕਾਂ ਨੇ ਵੋਟਿੰਗ ਇੰਨੀ ਕੀਤੀ ਨਹੀਂ, ਇਹਦਾ ਕੀ ਕਾਰਨ ਹੋ ਸਕਦਾ ਹੈ ਤੇ ਨਤੀਜੇ ਕਿਸ ਤਰ੍ਹਾਂ ਦੇ ਰਹਿ ਸਕਦੇ ਆ? ਦੇਖੋ, ਆਮ ਤੌਰ 'ਤੇ ਅਖਬਾਰਾਂ ਨੇ ਇਹ ਲਿਖਿਆ ਕਿ ਰੱਖੜੀ ਵਾਲਾ ਦਿਨ ਸੀ, ਉਹਦਾ ਕਰਕੇ ਲੋਕੀ ਵੋਟਾਂ ਪਾਉਣ ਨਹੀਂ ਗਏ ਜੀ। ਇਹਦੇ ਨਾਲ ਹੋ ਸਕਦਾ 1% ਦਾ ਫਰਕ ਪੈਂਦਾ, 1.5% ਦਾ ਫਰਕ ਪੈਂਦਾ। ਜਿੰਨਾ ਫਰਕ ਪਿਆ ਉਹ ਸਿਰਫ ਰੱਖੜੀ ਕਰਕੇ ਨਹੀਂ ਪੈ ਸਕਦਾ। ਪਿਛਲੀ ਵਾਰੀ 45.61% ਸੀਗੀਆਂ ਵੋਟਾਂ ਪਈਆਂ, ਇਸ ਵਾਰੀ 37.27% ਪਈਆਂ। 8.5% ਪੋਲਿੰਗ ਡਿੱਗ ਪਈ ਜੀ। ਇਹਦਾ ਕਾਰਨ ਕੀ ਹੈ? ਦਿੱਲੀ ਦੇ ਸਿੱਖਾਂ ਵਿੱਚ ਇਹ ਗੱਲ ਘਰ ਘਰ ਚੁੱਕੀ ਹੈ। ਨੱਥਾ ਸਿੰਘ ਚੁਣ ਲਓ, ਪ੍ਰੇਮ ਸਿੰਘ ਚੁਣ ਲਓ, ਗੁਰਦੁਆਰਿਆਂ ਦੇ ਅੰਦਰ ਗੋਲਕਾਂ ਦਾ ਝਗੜਾ, ਖਾ ਗਿਆ ਦਾ ਰੌਲਾ, ਇਹ ਤਾਂ ਮੁੱਕਦਾ ਹੀ ਨਹੀਂ ਜੀ। ਜਦੋਂ ਵੇਖੋ ਇਹੋ ਹੀ ਆ, ਫਲਾਨਾ ਖਾ ਗਿਆ, ਫਲਾਨਾ ਖਾ ਗਿਆ, ਫਲਾਨਾ ਖਾ ਗਿਆ, ਸਕੈਂਡਲ ਇੰਨੇ। ਉਹਦਾ ਕਰਕੇ ਦਿੱਲੀ ਦੇ ਸਿੱਖਾਂ 'ਚ ਇਹ ਇੱਕ ਕਿਸਮ ਦੀ ਨਿਰਾਸ਼ਤਾ। ਹੁਣ ਇਹ ਕੋਈ ਹਾਲਤ ਹੈ ਕਿ ਸਾਰੀਆਂ 37% ਵੋਟਾਂ ਪੋਲ ਹੋਣ? ਇੱਕ ਹਲਕਾ ਸ਼ਾਮ ਨਗਰ ਇਹੋ ਜਿਹਾ ਜਿੱਥੇ 25% ਵੋਟਾਂ ਪੋਲ ਹੋਈਆਂ। 100 ਦੇ ਵਿੱਚੋਂ 75 ਸਿੱਖਾਂ ਨੇ ਆਖਿਆ ਜਾਣ ਦਾ ਕੋਈ ਫਾਇਦਾ ਨਹੀਂ, ਸਿਰਫ 25 ਗਏ। ਸਭ ਤੋਂ ਵੱਧ ਵੋਟਾਂ ਕਿੱਥੇ ਪੋਲ ਹੋਈਆਂ? ਜਿੱਥੇ ਅੱਜ ਕੱਲ੍ਹ ਬੜਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖੜਾ ਤੇ ਮੁਕਾਬਲੇ ਤੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਖੜਾ ਜੀ। ਸਿਰਸਾ ਸਰਨਾ, ਸਰਨਾ ਸਿਰਸਾ, ਇਹਨਾਂ 'ਚ ਲੜਾਈ ਇਸ ਤਰ੍ਹਾਂ ਦੀ ਫਸਵੀਂ ਸੀ ਕਿ ਦੋਵਾਂ ਧਿਰਾਂ ਨੇ ਸਾਰਾ ਜ਼ੋਰ ਲਾ ਦਿੱਤਾ। ਇਹਦੇ ਬਾਵਜੂਦ ਵੋਟਾਂ ਜਿਹੜੀਆਂ ਨੇ ਉਨੀਆਂ ਨਹੀਂ ਪੈ ਸਕੀਆਂ ਜਿੰਨੀਆਂ ਪੈਣੀਆਂ ਚਾਹੀਦੀਆਂ। ਫਿਰ ਦਿੱਲੀ ਦੇ ਸਿੱਖਾਂ ਦੀ ਲੀਡਰਸ਼ਿਪ ਨੂੰ ਸੋਚਣਾ ਚਾਹੀਦਾ ਕਿ ਆਖਿਰਕਾਰ ਕਾਰਨ ਕੀ ਹੈ ਕਿ ਲੋਕੀ ਆਪਣੀ ਐਡੀ ਵੱਡੀ ਚੁਣੀ ਹੋਈ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੀ ਦੁਨੀਆ 'ਚ ਸਭ ਤੋਂ ਵੱਡੀ ਸੰਸਥਾ ਕਹਿੰਦੇ ਆ ਚੁਣੀ ਹੋਈ, ਤੇ ਦੂਜੇ ਨੰਬਰ ਦੀ ਇਹ ਦਿੱਲੀ ਵਾਲੀ ਹੈ। ਨਾ ਤਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਸਕੈਂਡਲ ਮੁੱਕਦੇ ਨੇ, ਲੜੀ ਲੱਗੀ ਰਹਿੰਦੀ ਹੈ, ਕੋਈ ਮਾਮਲਾ ਇਹੋ ਜਿਹਾ ਨਹੀਂ ਜਿਹ 'ਚ ਸਕੈਂਡਲ ਨਾ ਨਿਕਲੇ, ਤੇ ਨਾ ਇੱਥੇ। ਦੂਸਰੀ ਗੱਲ, ਇੱਥੇ ਮਨਜਿੰਦਰ ਸਿੰਘ ਸਿਰਸਾ ਵੈਸੇ ਉਹ ਬਾਦਲ ਅਕਾਲੀ ਦਲ ਦੇ ਨਾਲ ਪੂਰੀ ਤਰ੍ਹਾਂ ਜੁੜਿਆ ਮੁਕੰਮਲ ਤੌਰ 'ਤੇ, ਉਹਨਾਂ ਤੋਂ ਪਾਸੇ ਨਹੀਂ ਜਾਂਦਾ ਜੀ। ਪਰ ਜਦੋਂ ਆਹ ਚੋਣਾਂ ਆਉਂਦੀਆਂ ਤੇ ਬਾਦਲ ਪਰਿਵਾਰ ਦੇ ਵਿੱਚੋਂ ਇੱਕ ਵੀ ਜੀ, ਵੱਡੇ ਬਾਦਲ ਸਾਹਿਬ ਤਾਂ ਇਸ ਵੇਲੇ ਬਜ਼ੁਰਗ ਹੋ ਗਏ, ਚਲੋ ਆਰਾਮ ਕਰਨ ਦਿਓ, ਬੰਦੇ ਨੇ ਬਥੇਰਾ ਖੱਪ ਲਿਆ, ਹੁਣ 93 ਸਾਲ ਤੋਂ ਉੱਪਰ ਉਮਰ ਹੋ ਗਈ ਹੈ ਜੀ। ਪਰ ਛੋਟਾ ਬਾਦਲ, ਬੀਬੀ ਬਾਦਲ, ਉਹਨਾਂ 'ਚੋਂ ਕੋਈ ਉੱਥੇ ਇਹ ਨਹੀਂ ਕਿ ਵੜੇ ਨਹੀਂ। ਸਿਰਸਾ ਗਰੁੱਪ ਦੇ ਵਿੱਚੋਂ ਇਹ ਗੱਲ ਆਉਂਦੀ ਆ ਕਿ ਉਹਨਾਂ ਨੇ ਆਖਿਆ ਸੀ ਵੀ ਤੁਸੀਂ ਨਾ ਆਇਓ ਕਿਸੇ, ਜਿੱਥੇ ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਲਿਖਣ ਲੱਗਿਆ ਨਾਲ ਬਾਦਲ ਨੇ ਲਿਖਿਆ, ਥੱਲੇ ਲਿਖਦੇ ਰਹੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼। ਉਹ ਇਸ ਕਰਕੇ ਕਿ ਦੂਸਰਾ ਸਰਨਿਆਂ ਦਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਤੌਰ 'ਤੇ ਰਜਿਸਟਰ ਹੈ, ਇਹਨਾਂ ਦਿੱਲੀ ਪ੍ਰਦੇਸ਼ ਲਿਖਤਾ ਵੀ ਉਹ ਭੁਲੇਖਾ ਪੈਂਦਾ ਰਹੇ ਤੇ ਪਤਾ ਨਾ ਲੱਗੇ ਕਿ ਅਸੀਂ ਬਾਦਲ ਅਕਾਲੀ ਦਲ ਬਣਿਆ ਜੀ। ਇੱਕ ਵੀ ਪੋਸਟ ਤੇ, ਇੱਕ ਵੀ ਹੋਰਡਿੰਗ ਤੇ ਕਿਸੇ ਥਾਂ ਤੇ ਬਾਦਲਾਂ 'ਚੋਂ ਕਿਸੇ ਦੀ ਫੋਟੋ ਨਹੀਂ ਲੱਗੀ। ਇੱਕ ਦਿਨ ਅਕਾਲੀਆਂ ਦੇ 2 ਲੀਡਰ ਪੰਜਾਬ ਤੋਂ, ਇੱਕ ਪ੍ਰੇਮ ਸਿੰਘ ਚੰਦੂ ਮਾਜਰਾ, ਇੱਕ ਡਾਕਟਰ ਦਲਜੀਤ ਸਿੰਘ ਚੀਮਾ ਗਏ। ਪੁੱਛੋ ਤਾਂ ਸਹੀ ਕਿੰਨੇ ਜਲਸਿਆਂ 'ਚ ਬੋਲ ਕੇ ਆਏ ਤੇ ਕਿੰਨਿਆਂ ਘਰਾਂ 'ਚ ਵੋਟਾਂ ਆਖਣ ਗਏ ਸੀ, ਪਾਰਟੀ ਦਫ਼ਤਰ 'ਚ ਹੋ ਕੇ ਆ ਗਏ ਨੇ। ਇਹ ਤੋਂ ਪਤਾ ਲੱਗਦਾ ਕਿ ਦਿੱਲੀ ਦੀਆਂ ਚੋਣਾਂ ਸਿੱਟਾ ਕੱਲ੍ਹ ਨੂੰ ਕੋਈ ਨਿਕਲੇ, ਭਾਵੇਂ ਸਿਰਸਾ ਗਰੁੱਪ ਜਿੱਤ ਜੇ, ਸਰਨਾ ਗਰੁੱਪ ਜਿੱਤ ਜੇ, ਕੋਈ ਜਿੱਤ ਜੇ, ਮਨਜੀਤ ਸਿੰਘ ਜੀਕੇ ਵਾਲੀ ਜਾਗੋ ਤਾਂ ਜਿੱਤਦੀ ਨਹੀਂ। ਉਹ ਤਾਂ ਉਹਨਾਂ ਦੇ ਬੰਦੇ ਵੀ ਥੋੜ੍ਹੇ ਜਿਹੇ ਖੜੇ ਕੀਤੇ ਆ, ਅਤੇ ਜੋ ਪ੍ਰਭਾਵ ਹੋਇਆ ਉਹ ਇਹੋ ਹੀ ਆ ਕਿ ਉਹਨਾਂ ਦੇ ਕੋਈ ਥੋੜ੍ਹੇ ਜਿਹੇ ਬੰਦੇ ਭਾਵੇਂ ਆ ਜਾਣ, ਉਹਨਾਂ ਦੀ ਗੱਲ। ਲੜਾਈ ਇਹਨਾਂ ਦੋ ਤਰ੍ਹਾਂ 'ਚ ਆ ਜੀ, ਪਰ ਇਹਨਾਂ ਦੋਵਾਂ ਤੋਂ ਕੋਈ ਹੋਵੇ, ਵੱਡੀ ਗੱਲ ਹੈ ਕਿ ਦਿੱਲੀ ਦੇ ਸਿੱਖਾਂ 'ਚੋਂ ਕਿਸੇ ਦੇ ਉੱਤੇ
ਤੇ ਉਹ ਲੋਕੀ ਭਰੋਸਾ ਜਿਹਾ ਕਿਉਂ ਨਹੀਂ ਕਰ ਰਹੇ? ਜੇ ਭਰੋਸਾ ਕਰਦੇ ਹੋਣ ਤੇ ਜ਼ੋਰ ਮਾਰ ਕੇ ਨਿਕਲਣਾ ਚਾਹੀਦਾ ਸੀ ਸਾਡੀ ਚੋਣ ਹੈ। ਉਹ ਸਾਡੀ ਚੋਣ ਨਹੀਂ, ਉਹ ਸਮਝਦੇ ਆ ਇਹਨਾਂ ਦੀ ਚੋਣ ਹੈ, ਅਸੀਂ ਜਾ ਕੇ ਕੀ ਕਰਨਾ। ਜਾਂ ਕਈ ਵਾਰੀ ਇਹ ਪ੍ਰਭਾਵ ਬਣ ਜਾਂਦਾ ਇਹ ਇੱਕੋ ਜਿਹੇ ਲੜਦੇ ਲੁੜਦੇ ਆ, ਚੱਲ ਜਿਹੜਾ ਮਰਜ਼ੀ ਹੋਊ, ਆਪਾਂ ਜਾ ਕੇ ਪੈਸੇ ਦੇ ਆਉਣੇ, ਕੀ ਪਤਾ ਉਹਦੇ ਪੈਣੇ ਕਿ ਉਹਦੇ ਕਿਹਦੇ ਹੱਲ ਜਾਣੇ ਆ। ਇਹ ਪ੍ਰਭਾਵ ਜਿਹੜਾ ਬਣ ਗਿਆ ਦਿੱਲੀ 'ਚ, ਇਹ ਬਹੁਤ ਮਾੜਾ ਜੀ। ਪੰਨ ਸਾਹਿਬ, ਭਰੋਸੇ ਦੀ ਗੱਲ ਕੀਤੀ ਹੈ। ਲੋਕਾਂ ਦਾ ਇੱਕ ਭਰੋਸਾ ਸੀ ਕੋਟਕਪੂਰਾ ਗੋਲੀकांड ਮਾਮਲੇ ਵਿੱਚ। ਲੋਕ ਦੇਖਦੇ ਆ ਸਰਕਾਰ ਕੋਈ ਨਾ ਕੋਈ ਹੱਲ ਕਰੂਗੀ, ਇਨਸਾਫ ਮਿਲੇਗਾ। ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਹਾਈ ਕੋਰਟ ਜਾਣ ਦੀ ਜ਼ਰੂਰਤ ਕਿਉਂ ਪੈ ਗਈ ਹੈ? ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੰਮ ਕੀਤਾ ਸੀ, ਕੰਮ ਕਰਕੇ ਰਿਪੋਰਟ ਦਿੱਤੀ, ਉਹ ਰਿਪੋਰਟ ਹਾਈ ਕੋਰਟ ਦੇ ਵਿੱਚ ਚੈਲੰਜ ਕਰ ਦਿੱਤੀ ਗਈ। ਉਹਨੇ ਤੇ ਥੱਲੇ ਅਦਾਲਤਾਂ 'ਚ ਮੁੜ ਕੇ ਪੇਸ਼ ਕੀਤੀ ਸੀ। ਇੱਕ ਗੱਲ ਮੇਰੇ ਵਰਗੇ ਬੰਦੇ ਵੀ ਉਦੋਂ ਸਮਝਦੇ ਸੀ ਕਿ ਕੁੰਵਰ ਵਿਜੇ ਪ੍ਰਤਾਪ ਥੋੜ੍ਹੀ ਗਲਤ ਕਰ ਰਿਹਾ, ਹਰ ਮਾਮਲੇ 'ਚ ਪ੍ਰੈਸ ਵਿੱਚ ਨਹੀਂ ਜਾਣਾ ਚਾਹੀਦਾ। ਹੁਣ ਵੀ ਤਾਂ ਟੀਮ ਕੰਮ ਕਰਦੀ ਪਈ, ਹੁਣ ਪ੍ਰੈਸ ਵਿੱਚ ਨਹੀਂ ਜਾ ਰਹੇ। ਸਾਨੂੰ ਇਹ ਵੀ ਨਹੀਂ ਪਤਾ ਟੀਮ ਕੰਮ ਕਰ ਰਹੀ ਹੈ ਕਿ ਨਹੀਂ ਕਰ ਰਹੀ ਜੀ, ਪਰ ਉਹ ਭਰੋਸਾ ਕਾਇਮ ਰੱਖਣਾ ਚਾਹੁੰਦਾ ਸੀ ਕਿ ਅਸੀਂ ਕੰਮ ਕਰ ਵੀ ਰਹੇ, ਕੰਮ ਕਰਦੇ ਹੀ ਨਹੀਂ, ਕੰਮ ਕੀਤਾ ਦਿਸਣਾ ਵੀ ਚਾਹੀਦਾ, ਇਸ ਕਰਕੇ ਉਹ ਪ੍ਰੈਸ ਵੀ ਚਾਹੁੰਦਾ ਸੀ। ਉਹਨੂੰ ਇੱਕ ਹਵਾਲਦਾਰ ਨੇ ਜਾ ਕੇ ਹਾਈ ਕੋਰਟ 'ਚ ਚੈਲੰਜ ਕਰਤਾ। ਹਾਈ ਕੋਰਟ ਨੇ ਉਹ ਰਿਪੋਰਟ ਵੀ ਰੱਦ ਕਰ ਦਿੱਤੀ, ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ਵੀ ਟਿੱਪਣੀਆਂ ਕਰਤੀਆਂ। ਇਹ ਵੀ ਕਹਿ ਦਿੱਤਾ ਨਵੀਂ SIT ਬਣਾਓ, ਵਿਸ਼ੇਸ਼ ਜਾਂਚ ਟੀਮ ਜਿਹੜੀ ਪੜਤਾਲ ਕਰੇ, ਤੇ ਉਹ 'ਚ ਕੁੰਵਰ ਵਿਜੇ ਪ੍ਰਤਾਪ ਸਿੰਘ ਨਹੀਂ ਚਾਹੀਦਾ। ਹਵਾਲਦਾਰ ਨੇ ਇਹ ਆਖਿਆ ਸੀ ਕਿ ਮੇਰੇ ਖਿਲਾਫ ਨਜਾਇਜ਼ ਕੇਸ ਬਣਾਇਆ ਜਾ ਰਿਹਾ। ਅੱਜ ਕੱਲ੍ਹ ਸਕੀਮਾਂ ਚੱਲਦੀਆਂ, ਇੱਕ ਨਾਲ ਇੱਕ ਫਰੀ ਇੱਥੇ ਤੇ ਇੱਕ ਦੇ ਨਾਲ ਕਈ ਫਰੀ ਕਰ ਦਿੱਤੇ। ਜੱਜ ਸਾਹਿਬ ਨੇ ਹਵਾਲਦਾਰ ਦੀ ਗੱਲ ਵੀ ਮੰਨ ਲਈ ਕਿ ਇੱਥੇ ਨਜਾਇਜ਼ ਕੇਸ ਬਣਾਇਆ ਜਾ ਰਿਹਾ। ਜਿਹੜੇ ਬਾਦਲ ਬਾਪ ਬੇਟੇ ਨੇ ਚੈਲੰਜ ਨਹੀਂ ਕੀਤਾ ਉਸ ਰਿਪੋਰਟ ਨੂੰ, ਉਹਨਾਂ ਨੇ ਵੀ ਆਖਿਆ ਇਹਨਾਂ 'ਤੇ ਨਜਾਇਜ਼ ਕੇਸ ਬਣਾਇਆ ਜਾ ਰਿਹਾ। ਇਹਦੇ ਨਾਲ ਕਈ ਕਿਸਮ ਦੇ ਵਿਵਾਦ ਛਿੜ ਚੁੱਕੇ ਨੇ। ਕੁੰਵਰ ਵਿਜੇ ਪ੍ਰਤਾਪ ਸਿੰਘ ਗੁੱਸਾ ਖਾ ਕੇ ਅਸਤੀਫਾ ਦੇਗਾ ਪੁਲਿਸ ਦੀ ਨੌਕਰੀ ਤੋਂ। ਉਹ IG ਸੀਗਾ, ਇੰਸਪੈਕਟਰ ਜਨਰਲ ਪੁਲਿਸ ਜੀ। ਐਡੀ ਵੱਡੀ ਨੌਕਰੀ ਕੌਣ ਛੱਡਦਾ? ਅੱਗੋਂ ਝਾਕ ਹੁੰਦੀ ਆ ਕਿ ਮੈਂ DGP ਬਣੂ, ਅਜੇ ਐਡੀਸ਼ਨਲ DGP ਵੀ ਬਣਨਾ ਸੀ, ਉਹ ਛੱਡ ਕੇ ਪਾਸੇ ਹੋ ਗਿਆ। ਮਗਰੋਂ ਉਹਨੂੰ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੇ ਪਹੁੰਚ ਕਰ ਲਈ ਤੇ ਉਹ ਆਮ ਆਦਮੀ ਪਾਰਟੀ 'ਚ ਵੀ ਸ਼ਾਮਲ ਹੋ ਗਿਆ। ਪਰ ਉਹਦੇ ਮਨ 'ਚ ਇਹ ਰਹੀ ਕਿ ਇੱਕ ਬੇਇਨਸਾਫੀ ਹੋਈ ਆ, ਮੈਂ ਇੰਨਾ ਕੰਮ ਕੀਤਾ ਤੇ ਉਲਟਾ ਇਹ ਦੋਸ਼ ਲੱਗ ਗਿਆ ਮੇਰੇ 'ਤੇ ਕਿ ਮੈਂ ਬਦਲੇ ਲੂ ਕਾਰਵਾਈ ਜਾਂ ਪੱਖਪਾਤ ਕਰਦਾ ਮੈਂ, ਤੇ ਜੇ ਇਹੋ ਕੁਝ ਕਰਾਉਣਾ ਸੀ ਮੈਂ ਕਰਦਾ ਹੀ ਨਾ। ਹੋਰ ਵੀ ਕਈ ਪੁਲਿਸ ਅਫਸਰ ਆ ਜਿਨ੍ਹਾਂ ਨੇ ਮਲਾਈ ਖਾਧੀ ਹੈ, ਪਰ ਜਦੋਂ ਇਹੋ ਜਿਹੀ ਪੜਤਾਲ ਆਈ ਤੇ ਮੈਂ ਦੋਵਾਂ ਤਰ੍ਹਾਂ ਦੀ ਸਿਆਸੀ ਲੜਾਈ 'ਚ ਕਾਹਨੂੰ ਫਸਾਂ, ਇਸ ਕਰਕੇ ਪਾਸੇ ਹੋ ਜਾਂਦੇ ਰਹੇ। ਕੁਝ ਇਹੋ ਜਿਹੇ ਵੀ ਜਿਹੜੇ ਪੜਤਾਲ ਨਾਲ ਜੁੜ ਗਏ ਪਰ ਬਣਿਆ ਕਿਤੇ ਘਰ ਨੂੰ ਮੁੜ ਗਏ, ਰਿਟਾਇਰ ਵੀ ਹੋ ਗਏ ਜੀ, ਤੇ ਹੁਣ ਇੱਕ ਸਿਆਸੀ ਪਾਰਟੀ ਨਾਲ ਜੁੜੇ ਫਿਰਦੇ ਆ। ਇਹ ਵੀ ਕਰ ਸਕਦਾ ਸੀ, ਇਹਨੇ ਕੰਮ ਕੀਤਾ ਸੀ। ਹੁਣ ਜਦੋਂ ਇਹਨੂੰ ਜਾਪਦਾ ਕਿ ਹਾਈ ਕੋਰਟ 'ਚ ਮੇਰੇ ਖਿਲਾਫ ਜਿਹੜੀਆਂ ਟਿੱਪਣੀਆਂ ਹੋਈਆਂ ਉਹ ਠੀਕ ਨਹੀਂ, ਇਹਨੇ ਉਦੋਂ ਵੀ ਆਖਿਆ ਸੀ ਮੈਂ ਚੈਲੰਜ ਕਰੂੰਗਾ, ਹੁਣ ਇਹਨੇ ਜਾ ਕੇ ਚੈਲੰਜ ਕਰਤਾ 4.5 ਮਹੀਨੇ ਬਾਅਦ। ਇਹ ਤੋਂ ਪਹਿਲਾਂ ਪੰਜਾਬ ਸਰਕਾਰ ਇਸੇ ਕੇਸ ਨੂੰ ਲੈ ਕੇ ਸੁਪਰੀਮ ਕੋਰਟ ਚਲੀ ਗਈ। ਹੁਣ ਜਿੱਧਰ ਕਰਦੇ ਪਏ ਨੇ ਕਰੀ ਜਾਣ ਦਿਓ, ਜੋ ਵੀ ਹੈ ਉਹਦੇ 'ਚ ਜੋ ਕੁਛ ਹੁੰਦਾ ਪਿਆ ਮਾਮਲਾ ਲਟਕ ਜਾਵੇਗਾ। ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਐਡੀ ਛੇਤੀ ਕੋਈ ਉੱਥੋਂ ਇਨਸਾਫ ਮਿਲ ਜਾਵੇ, ਮੈਨੂੰ ਤਾਂ ਐਡੀ ਕੋਈ ਗੱਲ ਜਾਪਦੀ ਨਹੀਂ। ਇਹੋ ਜਿਹੇ ਮਾਮਲਿਆਂ 'ਚ ਬਹੁਤੀ ਵਾਰੀ ਹੁੰਦਾ ਹੈ ਕਿ ਜੋ ਅਦਾਲਤ ਵਿੱਚ ਹੋ ਗਿਆ ਸੋ ਹੋ ਗਿਆ। ਇਹ ਹੁਣ ਜਦੋਂ ਦੁਬਾਰਾ ਉੱਥੇ ਜਾ ਕੇ ਨੇ ਚੈਲੰਜ ਕੀਤਾ ਤੇ ਜਿਹੜਾ ਦੂਸਰੀ ਧਿਰ ਦਾ ਵਕੀਲ ਆ ਉਹਨੇ ਆ ਕੇ ਫੱਟ ਆਖਣਾ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਸਿਆਸੀ ਪਾਸਿਓਂ ਕਿਸੇ ਤੋਂ ਪਹੁੰਚ ਹੋਈ ਆ ਤਾਂ ਸਾਡੇ ਖਿਲਾਫ ਰਿਪੋਰਟਾਂ ਦਿੰਦਾ, ਵੇਖ ਲਓ ਬੰਦਾ ਅਸਤੀਫਾ ਦੇ ਕੇ ਸਿਆਸੀ ਪਾਰਟੀ ਚਲਾ ਗਿਆ, ਉਹਨਾਂ ਨੂੰ ਕਹਿਣ ਦਾ ਮੌਕਾ ਮਿਲ ਗਿਆ। ਇਸ ਕਰਕੇ ਇਹ ਵੀ ਮੁੱਦਾ ਬਹੁਤ ਵੱਡਾ ਬਣ ਸਕਦਾ। ਕੱਲ੍ਹ ਨੂੰ ਕੀ ਬਣਦਾ ਸਾਨੂੰ ਪਤਾ ਨਹੀਂ, ਪਰ ਮੋਟੇ ਤੌਰ 'ਤੇ ਹੈ ਕਿ ਕੁੰਵਰ ਵਿਜੇ ਪ੍ਰਤਾਪ ਇਨਸਾਫ ਲੈਣ ਵਾਸਤੇ ਹਾਈ ਕੋਰਟ ਪਹੁੰਚ ਗਿਆ। ਉਹ ਖੁਦ ਵੀ ਵਕੀਲ ਹੈ ਔਰ ਪੁਲਿਸ ਦੀ ਨੌਕਰੀ ਛੱਡਣ ਤੋਂ ਬਾਅਦ ਉਹਨੇ ਜਾ ਕੇ ਬਕਾਇਦਾ ਆਪਣਾ ਲਾਇਸੈਂਸ ਵੀ ਲੈ ਲਿਆ ਕਿ ਮੈਂ ਵਕਾਲਤ ਕਰਿਆ ਕਰਨੀ। ਮੈਨੂੰ ਨਹੀਂ ਪਤਾ ਉਹਨੇ ਅਜੇ ਤੱਕ ਕੋਈ ਕੇਸ ਲੜਿਆ ਕਿ ਨਹੀਂ ਲੜਿਆ, ਜੇ ਲੜਿਆ ਤਾਂ ਕਿੰਨੇ ਕੁ ਕੇਸ ਲੜੇ ਆ। ਆਪਣਾ ਕੇਸ ਤਾਂ ਉਹ ਆਪ ਨਹੀਂ ਲੜ ਰਿਹਾ, ਉਹਨੇ ਆਪਣੀ ਥਾਂ ਦੇ ਉੱਤੇ ਇੱਕ ਵਕੀਲ ਅਪੁਆਇੰਟ ਕਰ ਲਿਆ। ਪਰ ਜੋ ਵੀ ਹੈ ਲੋਕਾਂ ਦੀ ਨਜ਼ਰ 'ਚ ਇਹ ਕੇਸ ਦਿਲਚਸਪ ਹੋਵੇਗਾ ਕਿ ਕੋਰਟ ਵਿੱਚ ਜਾ ਕੇ ਦੋਵੇਂ ਤਰ੍ਹਾਂ ਕੀ ਕਹਿੰਦੀਆਂ ਤੇ ਕੋਰਟ ਕਿਹੜੀ ਗੱਲ ਨੂੰ ਠੀਕ ਮੰਨਦੀ ਹੈ। ਪਰ ਸਭ ਅਦਾਲਤ ਦਾ ਫੈਸਲਾ ਆਪਾਂ ਜ਼ਰੂਰ ਦੇਖਾਂਗੇ, ਪਰ ਉਸ ਤੋਂ ਪਹਿਲਾਂ ਜਿੱਦਾਂ ਪਿਛਲੇ 2015 ਤੋਂ ਕੰਮ ਚੱਲਦਾ ਆ ਰਿਹਾ, ਹੁਣ ਚੋਣਾਂ ਅੱਗੇ, ਕੀ ਲੱਗਦਾ ਨਿੱਜੀ ਤੌਰ 'ਤੇ ਕਿ ਕੰਮ ਸਰਕਾਰ ਜਾਣਬੁੱਝ ਕੇ ਲਟਕਾਉਣਾ ਚਾਹੁੰਦੀ ਹੈ ਜਾਂ ਫਿਰ ਸੱਚੀ ਲੋਕਾਂ ਦੇ ਹੱਕ ਵਿੱਚ ਹੈ? ਨਹੀਂ, ਜਿਹੜੀ ਪੰਜਾਬ ਦੀ ਹੋਣ ਵਾਲੀ ਸਰਕਾਰ ਹੈ ਇਹਦੀ ਕੰਮ ਕਰਨ ਦੀ ਇੱਛਾ ਨਹੀਂ। ਜੇ ਇੱਛਾ ਹੁੰਦੀ ਇਹ ਕੰਮ ਕੁਛ ਵੀ ਨਹੀਂ ਸੀ। ਜਦੋਂ ਆਉਂਦਿਆਂ ਸਾਰੇ ਨਾਲ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ, ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਉੱਥੇ ਵਿਧਾਨ ਸਭਾ 'ਚ ਰੱਖੀ ਗਈ। ਸਿਵਾਏ ਅਕਾਲੀਆਂ ਤੋਂ ਬਾਕੀ ਸਾਰੀਆਂ ਧਿਰਾਂ ਦੀ ਇੱਕ ਰਾਏ ਸੀ ਕਿ ਰਿਪੋਰਟ ਠੀਕ ਹੈ।
ਸਰਕਾਰ ਉਹਦੇ ਆਧਾਰ ਦੇ ਉੱਤੇ ਮੁਕੱਦਮਾ ਬਣਾ ਸਕਦੀ ਸੀ, ਗ੍ਰਿਫਤਾਰੀਆਂ ਵੀ ਕਰ ਸਕਦੀ ਸੀ, ਉਹਨੇ ਕੀਤੀਆਂ ਨਹੀਂ। ਵਿਸ਼ੇਸ਼ ਜਾਂਚ ਟੀਮ ਬਣਾਤੀ ਕਿ ਰਿਪੋਰਟ ਆਈ ਆ, ਇਹਦੇ ਉੱਤੇ ਅਜੇ ਹੋਰ ਕੰਮ ਕਰਨ ਦੀ ਲੋੜ ਆ, ਇਹ ਜਾਂਚ ਟੀਮ ਆਹ ਕਰੇਗੀ, ਉਹ ਕਰੇਗੀ। ਘੱਟੇ ਕੌਡੀਆਂ ਰਲਾਉਂਦੇ ਰਹੇ, ਉਹ 'ਚ ਟਾਈਮ ਲੰਘਦਾ ਗਿਆ। ਫਿਰ ਇਹਦੇ ਉੱਤੇ ਕਈ ਮੋੜ ਘੇੜਾਏ। ਅੰਤ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਰਿਪੋਰਟ ਰੱਦ ਹੋ ਗਈ। ਰਿਪੋਰਟ ਰੱਦ ਹੋਣ ਤੋਂ ਬਾਅਦ ਫਿਰ ਹੁਣ ਵਾਲੀ ਸਰਕਾਰ ਨੇ ਆਖਿਆ ਏ ਕਿ ਅਸੀਂ ਰਿਪੋਰਟ ਨੂੰ ਚੁਣੌਤੀ ਦਿਆਂਗੇ ਸੁਪਰੀਮ ਕੋਰਟ 'ਚ। ਪਰ ਜਿਹੜੀ ਜੱਜ ਸਾਹਿਬ ਨੇ ਜਿਹੜਾ ਫੈਸਲਾ ਦੇ ਦਿੱਤਾ ਸੀ, ਉਹਨਾਂ ਆਖਿਆ ਸੀ ਨਵੀਂ ਜਾਂਚ ਟੀਮ ਬਣਾਓ। ਜਾਂ ਤਾਂ ਚੁਣੌਤੀ ਦਿੰਦੇ, ਛੇਤੀ ਦਿੰਦੇ। ਹੁਣ ਜੱਜ ਸਾਹਿਬ ਦਾ ਹੁਕਮ ਮੰਨ ਲਿਆ, ਫੈਸਲਾ ਲਾਗੂ ਕਰਤਾ, ਨਵੀਂ ਜਾਂਚ ਟੀਮ ਬਣਾਤੀ। ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬਾਹਰ ਕੱਢਣਾ ਸੀ, ਉਹ ਆਪ ਹੀ ਨਿਕਲ ਗਿਆ ਜੀ। ਉਹ ਹੁਣ ਜਾਂਚ ਟੀਮ ਜਿਹੜੀ ਉਹਨੂੰ ਕੰਮ ਕਰਦਿਆਂ ਵੀ 3 ਮਹੀਨੇ ਹੋ ਗਏ ਨੇ। ਜਾਂ ਤਾਂ ਜੱਜ ਸਾਹਿਬ ਦਾ ਫੈਸਲਾ ਮੰਨਦੇ ਨਾ, ਉਹਨੂੰ ਖੜੇ ਪੈਰ ਚੁਣੌਤੀ ਦੇ ਦਿੰਦੇ, ਜੀ ਇਹ ਫੈਸਲਾ ਠੀਕ ਨਹੀਂ ਸਾਨੂੰ ਲੱਗਦਾ। ਫੈਸਲਾ ਤੁਸੀਂ ਮੰਨ ਚੁੱਕੇ ਆ, ਤੇ ਜੇ ਮੰਨ ਚੁੱਕੇ ਆ ਤੇ ਹੁਣ ਉਹ ਕਿਹੜੀ ਗੱਲ ਹੈ ਜਿਹਦੇ ਵਾਸਤੇ ਤੁਸੀਂ ਫਿਰ ਚੁਣੌਤੀ ਦੇਣ ਚੱਲੇ ਆ। ਇਹ ਤੋਂ ਇੱਦਾਂ ਲੱਗਦਾ ਜਿਵੇਂ ਸਰਕਾਰ ਵੀ ਕੰਮ ਕਰਨ ਦੀ ਇੱਛਾ ਨਹੀਂ, ਸਿਰਫ ਟਾਈਮ ਜਿਹਾ ਪਾਸ ਕਰਦੀ ਰਹੀ ਤੇ ਹੁਣ ਵੀ ਟਾਈਮ ਹੀ ਪਾਸ ਕਰ ਰਹੀ ਹੈ ਕਿ ਬਾਕੀ ਦੇ 4-6 ਮਹੀਨੇ ਆਪਾਂ ਕੀ ਲੈਣਾ ਜੀ। ਪਰ ਕਰੋਨਾ ਨੂੰ ਲੈ ਕੇ ਇਸ ਵਕਤ ਕੇਂਦਰ ਸਰਕਾਰ ਲੱਗਦਾ ਕੰਮ ਕਰਨਾ ਚਾਹੁੰਦੀ ਹੈ। ਨੀਤੀ ਆਯੋਗ ਨੂੰ ਕਿਹਾ ਕਿ ਸੰਭਲ ਜਾਓ, ਤੀਜੀ ਲਹਿਰ ਕਰੋਨਾ ਦੀ ਆ ਸਕਦੀ ਹੈ। ਵੈਸੇ ਪੰਨੂ ਸਾਹਿਬ, ਕਈ ਸੂਬਿਆਂ ਵਿੱਚ ਕੇਸ ਦੁਬਾਰਾ ਲੱਗਦਾ ਹੁਣ ਜ਼ਿਆਦਾ ਹੋਣ ਲੱਗ ਪਿਆ। ਦੇਖੋ, ਮੋਟੇ ਤੌਰ ਤੇ ਵੇਖੀਏ ਤੇ ਭਾਰਤ ਵਿੱਚ ਕੇਸਾਂ ਦੀ ਗਿਣਤੀ ਵੀ ਤੇ ਮੌਤਾਂ ਦੀ ਵੀ ਇਸ ਵੇਲੇ ਘਟੀ ਹੈ। ਕਿੱਥੇ ਰੋਜ਼ ਦੇ 4-4 ਲੱਖ ਕੇਸ ਆਉਂਦੇ ਸੀ ਜੀ, ਹੁਣ 25-28 ਹਜ਼ਾਰ ਆਉਂਦੇ, ਇਹ ਤੋਂ ਵੱਧ ਨਹੀਂ ਆ ਰਹੇ। ਮੌਤਾਂ ਦੀ ਗਿਣਤੀ ਕਿੱਥੇ 2-2 ਹਜ਼ਾਰ ਤੋਂ ਟੱਪ ਗਈ ਸੀ, 3 ਹਜ਼ਾਰ ਤੋਂ ਵੀ ਪਹੁੰਚ ਗਈ, ਉਦੋਂ ਵੀ ਟੱਪਣ ਲੱਗ ਪਈ। ਹੁਣ 300, 350, ਕਦੇ 400, ਕਦੇ ਇਦੋਂ ਹੀ ਘਟ ਜਾਂਦੀ, ਇੰਨੀਆਂ ਕੁ ਮੌਤਾਂ ਹੋ ਰਹੀਆਂ ਨੇ। ਇਹਦਾ ਮਤਲਬ ਕਿ ਜਿੰਨਾ ਰੌਲਾ ਪੈਂਦਾ ਉਹਨਾਂ ਭਾਰਤ ਵਿੱਚ ਇਸ ਵੇਲੇ ਖਤਰਾ ਹੈ ਨਹੀਂ। ਪਰ ਇਸ ਵੇਲੇ ਨਹੀਂ, ਭਵਿੱਖ ਵਿੱਚ ਖਤਰੇ ਦੇ ਸੰਕੇਤ। ਪਿਛਲੇ ਸਾਲ ਜਦੋਂ ਅਖੀਰਲੇ ਮਹੀਨੇ ਸਨ, ਨਵੰਬਰ-ਦਸੰਬਰ, ਉਦੋਂ ਨੀਤੀ ਆਯੋਗ ਦਾ ਜਿਹੜਾ ਮੈਂਬਰ ਕੋਵਿਡ-19 ਦੀ ਸਿਚੁਏਸ਼ਨ ਸਾਰੀ ਵੇਖਦਾ ਪਿਆ ਸੀ, ਕਰੋਨਾ ਵਾਇਰਸ ਨੂੰ ਵੇਖਦਾ ਸੀ, ਉਹਨੇ ਕਹਿ ਦਿੱਤਾ ਸੀ ਦੂਸਰੀ ਲਹਿਰ ਆਉਣ ਵਾਲੀ ਹੈ, ਤੇ ਸਰਕਾਰ ਨੇ ਪਰਵਾਹ ਨਹੀਂ ਕੀਤੀ। ਨੁਕਸਾਨ ਕੀ ਹੋਇਆ? ਜਿੰਨੇ 1 ਸਾਲ 'ਚ ਲੋਕ ਮਰੇ ਸਨ, ਉਦੋਂ ਜ਼ਿਆਦਾ 2 ਮਹੀਨਿਆਂ 'ਚ ਮਰ ਗਏ ਜੀ। ਕੇਸ ਵੀ ਕਿੰਨੇ ਵੱਧ ਗਏ, ਬਦਨਾਮੀ ਸਾਰੀ ਦੁਨੀਆ 'ਚ ਵੱਖਰੀ ਹੋਈ। ਹੁਣ ਉਸੇ ਮੈਂਬਰ ਨੇ ਫਿਰ ਕਹਿ ਦਿੱਤਾ ਕਿ ਤੁਸੀਂ ਬਚਾਅ ਕਰਨਾ ਤੇ ਕਰ ਲਓ, ਤੀਸਰੀ ਲਹਿਰ ਅਗਲਿਆਂ ਮਹੀਨਿਆਂ 'ਚ ਚੜ੍ਹੀ ਆਉਂਦੀ ਜੇ। ਉਹਨੇ ਕਹਿ ਦਿੱਤਾ ਕਿ ਇਸ ਲਹਿਰ ਦੇ ਮੁਕਾਬਲੇ ਵਾਸਤੇ ਦੇਸ਼ ਵਿੱਚ ਘੱਟੋ ਘੱਟ 2 ਲੱਖ ਬੈੱਡ ਹਸਪਤਾਲਾਂ 'ਚ ਇਹੋ ਜਿਹੇ ਤਿਆਰ ਕਰੋ ਜਿਹੜੇ ICU ਵਾਲੇ ਹੋਣ। ਉਸ 2 ਲੱਖ ਦੇ ਵਿੱਚੋਂ 60% ਯਾਨੀ 1,20,000 ਬੈੱਡ ਇਹੋ ਜਿਹੇ ਚਾਹੀਦੇ ਆ ਜਿਨ੍ਹਾਂ ਨਾਲ ਵੈਂਟੀਲੇਟਰ ਲੱਗਾ ਹੋਵੇ। ਉਹਨੇ ਪਿਛਲੀ ਵਾਰੀ ਆਖਿਆ ਸੀ ਕਿ 20% ਲੋਕ ਕਰੋਨਾ ਪੋਜ਼ੀਟਿਵ ਹੋਣ ਤੋਂ ਬਾਅਦ ਹਸਪਤਾਲ ਲਿਜਾਣੇ ਪੈਣੇ ਜੀ, ਤੇ ਜਦੋਂ ਵੇਵ ਆਈ ਤੇ 20% ਨਹੀਂ, 22% ਲੋਕਾਂ ਨੂੰ ਹਸਪਤਾਲ ਲਿਜਾਣਾ ਪੈ ਗਿਆ ਸੀ। ਹੁਣ ਉਹ ਕਹਿੰਦਾ ਜੀ ਫਿਰ ਹਾਲਾਤ ਇੰਨੀ ਤੇਜ਼ੀ ਨਾਲ ਬਦਲਦੇ ਪਏ ਆ ਕਿ ਜੇ ਤੁਸੀਂ ਨਾ ਸੰਭਲੇ ਤੇ ਮਾਰੇ ਜਾਵਾਂਗੇ। ਤੁਸੀਂ ਸਭ ਥਾਵਾਂ 'ਤੇ ਕਰੋਨਾ ਵਾਇਰਸ ਤੋਂ ਬਚਾਅ ਵਾਸਤੇ ਹਸਪਤਾਲਾਂ ਦੇ ਵਿੱਚ ਹਰ ਚੀਜ਼ ਦਾ ਪ੍ਰਬੰਧ ਕਰੋ, ਆਕਸੀਜਨ ਦਾ ਵੀ ਕਰੋ, ਬੈੱਡ ਆਮ ਵੀ ਜਿਹੜੇ ਆ ਉਹ ਵਧਾਓ, ICU ਵਾਲੇ ਵੀ ਵਧਾਓ, ਵੈਂਟੀਲੇਟਰ ਵਾਲੇ ਵੀ ਵਧਾਓ, ਬਾਕੀ ਵੀ ਹਰ ਉਹ ਚੀਜ਼ ਜਿਹਦੀ ਲੋੜ ਪੈ ਸਕਦੀ ਹੈ ਵੇਲੇ ਤੋਂ ਪਹਿਲਾਂ ਤਿਆਰ ਰੱਖੋ। ਹੁਣ ਉਹਨੇ ਤੇ ਜੋ ਆਖਣਾ ਸੀ ਆਖ ਦਿੱਤਾ, ਉੱਥੇ ਚੇਤਾਵਨੀ ਦੇ ਸਕਦਾ। ਜੇ ਅਮਰੀਕਾ ਦੀ ਸਰਕਾਰ ਆਪਣੇ ਡਾਕਟਰ ਫੌਜੀ ਦਾ ਆਖਿਆ ਜਿਹੜਾ ਉਹ ਨਹੀਂ ਮੰਨਦੀ, ਉਹ ਚੇਤਾਵਨੀਆਂ ਦੇਈ ਜਾਂਦਾ, ਲੋਕ ਮਰੀ ਜਾਂਦੇ ਆ, ਸਰਕਾਰ ਦਾ ਧਿਆਨ ਨਹੀਂ। ਸਾਡੇ ਵਾਲੀ ਸਰਕਾਰ ਵੀ ਤਾਂ ਉੱਦਾਂ ਦੀ ਆ, ਚੇਤਾਵਨੀਆਂ ਇੱਥੇ ਮਿਲਦੀਆਂ ਕਿ ਲਹਿਰ ਚੜ੍ਹੀ ਆਉਂਦੀ, ਬਚੋ ਬਚੋ ਬਚੋ, ਤੇ ਪ੍ਰਧਾਨ ਮੰਤਰੀ ਬੰਗਾਲ ਦੀਆਂ ਚੋਣਾਂ ਲੜਨ ਚਲਾ ਗਿਆ ਸੀ ਜੀ। ਹੁਣ ਵੀ ਕੀ ਪਤਾ ਪ੍ਰਧਾਨ ਮੰਤਰੀ ਦੇ ਮਨ 'ਚ ਕੀ ਇਹੋ ਜਿਹੇ ਮੌਕੇ ਉਹਨੇ ਕਦੋਂ ਤੁਰ ਜਾਣਾ, ਪਰ ਚੇਤਾਵਨੀ ਆ ਗਈ ਹੈ ਤੇ ਚੇਤਾਵਨੀ ਸੀਰੀਅਸ ਹੈ, ਇਹਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਜੀ। ਪੰਨੂ ਸਾਹਿਬ, ਪੈਰਾਲੰਪਿਕ ਖੇਡਾਂ ਤੇ ਭਾਰਤ ਦੀ ਖਿਡਾਰਨ ਨੇ ਚਾਂਦੀ ਦਾ ਮੈਡਲ ਜਿੱਤਿਆ। ਬੜੇ ਗਰੀਬ ਪਰਿਵਾਰ 'ਚੋਂ ਉੱਠੀ ਹੈ ਸ਼ੈਲੀ, ਕੀ ਕਹਿਣਾ ਚਾਹੋਗੇ? ਅਸੀਂ ਅੱਗੇ ਵੇਖਿਆ ਕਿ ਹਾਕੀ ਦੀਆਂ ਖਿਡਾਰਨ ਕੁੜੀਆਂ ਜਿਹੜੀਆਂ ਪਹਿਲੀ ਵਾਰੀ ਭਾਰਤ ਦੀ ਹਾਕੀ ਟੀਮ ਨੂੰ ਇਤਿਹਾਸ ਦੇ ਵਿੱਚ ਸੈਮੀਫਾਈਨਲ ਤੱਕ ਲੈ ਕੇ ਗਈਆਂ ਨੇ, ਉਹਨਾਂ 'ਚੋਂ ਇੱਕ ਕੁੜੀ ਦੀ ਮਾਂ ਜਿਹੜੀ ਆ ਉਹ ਕਿਸੇ ਦੇ ਘਰ ਜਾ ਕੇ ਲੋਕਾਂ ਦੇ ਪੋਚਾ ਮਾਰਦੀ ਹੈ ਜੀ।
ਇੱਕ ਕੁੜੀ ਦੇ ਮਾਂ-ਬਾਪ ਜਿੱਦਣ ਮੈਚ ਹੁੰਦਾ ਪਿਆ ਸੀ, ਉਸ ਦਿਨ ਕਿਸੇ ਦੇ ਖੇਤਾਂ 'ਚ ਝੋਨਾ ਲਾਉਂਦੇ ਪਏ ਸੀ। ਉਹਨਾਂ ਸਾਰਿਆਂ ਦੀਆਂ ਕਹਾਣੀਆਂ ਅਸੀਂ ਸੁਣੀਆਂ। ਇੱਕ ਕੁੜੀ ਦੀ ਮਾਂ ਤੜਕੇ 4 ਵਜੇ ਪੈਦਲ ਤੁਰ ਕੇ ਧੀ ਨੂੰ ਗਰਾਊਂਡ 'ਚ ਛੱਡਣ ਜਾਂਦੀ ਸੀ ਕਿ ਰਾਹ 'ਚ ਮੁਸ਼ਟੰਡੇ ਫਿਰਦੇ ਆ, ਕੋਈ ਖਰਾਬੀ ਨਾ ਕਰਨ। ਸਰਕਾਰਾਂ ਨੇ ਤਾਂ ਕੋਈ ਯੋਗਦਾਨ ਨਹੀਂ ਦਿੱਤਾ। ਜਦੋਂ ਇਹ ਆਪਣੀ ਕਾਰਗੁਜ਼ਾਰੀ ਵਿਖਾ ਕੇ ਆ ਗਏ, ਫਿਰ ਹਰ ਕੋਈ ਉਹਨਾਂ ਨਾਲ ਖਲੋ ਕੇ ਫੋਟੋ ਖਿਚਾਉਣ ਨੂੰ ਤਿਆਰ ਹੈ। ਆਹ ਜਿਹੜੀ ਕੁੜੀ ਸ਼ੈਲੀ ਸਿੰਘ ਹੁਣ ਅੰਡਰ 20 ਦੇ ਵਿੱਚ ਬਹੁਤ ਜ਼ਿਆਦਾ ਚਮਕੀ ਆ, ਬਹੁਤ ਜ਼ਿਆਦਾ ਇਹਨੇ ਨਾਂ ਕਮਾਇਆ। 17 ਸਾਲਾਂ ਦੀ ਕੁੜੀ ਹੈ ਅਤੇ ਸਾਰੀ ਦੁਨੀਆ ਦੇ ਵਿੱਚੋਂ ਦੂਸਰੇ ਨੰਬਰ 'ਤੇ ਆ ਗਈ ਆ, ਸਿਲਵਰ ਮੈਡਲ ਜਿੱਤ ਲਿਆ। ਇਹਨੇ 6.59 ਮੀਟਰ ਜਿਹੜਾ ਉਹ ਛਾਲ ਮਾਰੀ ਹੈ, ਲੰਮੀ ਛਾਲ। ਜਿਹੜੀ ਦੂਸਰੀ ਕੁੜੀ ਗੋਲਡ ਮੈਡਲ ਵਾਲੀ ਆ, ਉਹ ਇਹਦੇ ਤੋਂ ਸਿਰਫ 1 ਸੈਂਟੀਮੀਟਰ, ਆ ਪੋਟੇ ਨਾਲੋਂ ਵੀ ਛੋਟਾ ਸੈਂਟੀਮੀਟਰ ਹੁੰਦਾ, ਅੱਧਾ ਪੋਟਾ ਗਿਣ ਲਓ, ਅੱਧਾ ਪੋਟਾ ਇਹ ਤੋਂ ਅੱਗੇ ਗਈ ਆ ਅਤੇ ਗੋਲਡ ਮੈਡਲ ਲੈ ਗਈ ਆ। ਇਹਨੂੰ ਇਹ ਨਹੀਂ ਕਿ ਮੈਨੂੰ ਗੋਲਡ ਮੈਡਲ ਨਹੀਂ ਮਿਲਿਆ, ਇਹਨੂੰ ਇਹ ਹੈ ਕਿ ਮੈਂ ਸਿਲਵਰ ਮੈਡਲ ਲੈ ਲਿਆ। ਇਹ ਉੱਥੇ ਇੰਨਾ ਨੱਚੀ ਹੈ ਕਿ ਮੈਂ ਆਪਣੇ ਦੇਸ਼ ਵਾਸਤੇ ਕੁਝ ਕਰਤਾ ਜੀ। ਇੱਕ ਪੱਖ ਨਵਜੀਤ ਜੀ ਇਹ ਆ, ਦੂਜਾ ਪੱਖ ਇਸ ਕੁੜੀ ਦੇ ਸਿਰ 'ਤੇ ਬਾਪ ਹੈ ਨਹੀਂ। ਇਹ 3 ਭੈਣਾਂ ਨੇ, ਤਿੰਨਾਂ ਭੈਣਾਂ ਨੂੰ ਇਹਨਾਂ ਦੀ ਮਾਂ ਨੇ ਪਾਲਿਆ। ਉਹ ਲੋਕਾਂ ਦੇ ਕੱਪੜੇ ਸਿਉਂਦੀ ਰਹੀ ਆ ਸਿਲਾਈ ਮਸ਼ੀਨ ਦੇ ਉੱਤੇ, ਉਹਦੇ ਨਾਲ ਉਹਨੇ ਧੀਆਂ ਪਾਲੀਆਂ, ਪੜ੍ਹਾਈਆਂ। ਇਹ ਜਦੋਂ ਗਰਾਊਂਡ ਵਿੱਚ ਜਾ ਕੇ ਲੰਮੀ ਛਾਲ ਮਾਰਦੀ ਸੀ, ਇਹਦੇ ਕੋਲ ਬੂਟ ਵੀ ਨਹੀਂ ਸੀ ਹੁੰਦੇ, ਨੰਗੇ ਪੈਰੀਂ ਛਾਲ ਮਾਰਦੀ ਸੀ। ਸਾਡੇ ਦੇਸ਼ ਦੀ ਇੱਕ ਬਹੁਤ ਵੱਡੀ ਲੌਂਗ ਜੰਪਰ ਕੁੜੀ ਆ, ਅੰਜੂ ਬਾਬੀ ਜਾਰਜ ਜੀ ਜੀ। ਇੱਕ ਮੌਕਾ ਸੀ ਅੱਜ ਤੋਂ 25-30 ਸਾਲ ਪਹਿਲਾਂ, ਜਦੋਂ ਹਰ ਪਾਸੇ ਅੰਜੂ ਅੰਜੂ ਹੁੰਦੀ ਸੀ ਅਤੇ ਉਹਦੇ ਪਤੀ ਬਾਬੀ ਜਾਰਜ ਦਾ ਨਾਂ ਲਿਆ ਜਾਂਦਾ ਸੀ। ਅੰਜੂ ਬਾਬੀ ਜਾਰਜ ਦੀ ਧੁੰਮ ਹੁੰਦੀ ਸੀ ਦੁਨੀਆ 'ਚ। ਉਹਦਾ ਪਤੀ ਆਇਆ ਕਿਸੇ ਮੁਕਾਬਲੇ ਦੇ ਵਿੱਚ, ਉਹਨੇ ਮੁਕਾਬਲੇ 'ਚ ਵੇਖਿਆ ਕੁੜੀ ਬਹੁਤ ਵਧੀਆ ਦੌੜਦੀ ਆ, ਬਹੁਤ ਵਧੀਆ ਛਾਲ ਮਾਰਦੀ ਆ। ਉਹਨੇ ਉਸੇ ਵੇਲੇ ਆਖਿਆ, ਕਹਿੰਦਾ ਇਹ ਕੁੜੀ ਆਪਣੇ ਪਰਿਵਾਰ ਦਾ ਅਤੇ ਆਪਣੇ ਦੇਸ਼ ਦਾ ਨਾਂ ਚਮਕਾ ਸਕਦੀ ਆ, ਇਹਨੂੰ ਮਦਦ ਦੀ ਲੋੜ ਹੈ। ਉਹਨੇ ਫਿਰ ਜਿੱਥੇ ਉਹਦੀ ਆਪਣੀ ਅਕੈਡਮੀ ਉਹ ਚਲਾਉਂਦੇ ਨੇ ਦੋਵੇਂ ਜੀ, ਉੱਥੋਂ ਫੋਨ ਕੀਤਾ ਇਹਦੀ ਮਾਂ ਨੂੰ ਕਿ ਕੁੜੀ ਨੂੰ ਉੱਥੇ ਭੇਜ ਦਿਓ। ਮਾਂ ਆਪਣੀ ਧੀ ਨੂੰ ਐਡੀ ਦੂਰ ਭੇਜ, ਹਰ ਮਾਂ ਸੋਚਦੀ ਹੁੰਦੀ ਕਿ ਮੇਰੀ ਧੀ ਜਾਊਗੀ ਅਤੇ ਹਾਏ ਪਤਾ ਨਹੀਂ ਕਿੱਦਾਂ ਦੇ ਹਾਲਾਤ ਹੋਣੇ ਜੀ। ਉਹ ਨਹੀਂ ਸੀ ਭੇਜਣਾ ਚਾਹੁੰਦੀ, ਪਰ ਉਹਨਾਂ ਨੇ ਅੰਜੂ ਬਾਬੀ ਜਾਰਜ ਅਤੇ ਉਹਦੇ ਪਤੀ ਨੇ ਇਹਨੂੰ ਆਖਿਆ ਕਿ ਕੁੜੀ ਸਿਰਫ ਤੁਹਾਡਾ ਨਹੀਂ, ਇਹ ਦੇਸ਼ ਦਾ ਨਾਂ ਉੱਚਾ ਕਰ ਸਕਦੀ ਆ, ਰੋਕੋ ਨਾ, ਇਹਨੂੰ ਆ ਜਾਣ ਦਿਓ। ਅਖੀਰ ਉਹਦੀ ਮਾਂ ਮੰਨ ਗਈ, ਕੁੜੀ ਨੂੰ ਉੱਥੇ ਭੇਜਤਾ। ਉਹਨਾਂ ਹੀ ਖਰਚਾ ਕੀਤਾ, ਉਹਨਾਂ ਹੀ ਬੂਟ ਲੈ ਕੇ ਦਿੱਤੇ। ਸਰਕਾਰਾਂ ਕੀ ਦਿੱਤਾ? ਸਰਕਾਰਾਂ ਕੱਖ ਨਹੀਂ ਕੀਤਾ। ਕੁੜੀ ਗਈ। ਹੁਣ ਉਹ ਕਹਿੰਦੀ ਆ ਕਿ ਮੇਰੇ ਮਨ 'ਚ ਇੱਕੋ ਹੀ ਸੀ ਕਿ ਭਾਵੇਂ ਛੋਟਾ ਮੈਡਲ ਹੋਵੇ, ਵੱਡਾ ਹੋਵੇ, ਜਿਹੜਾ ਮਰਜ਼ੀ ਹੋਵੇ, ਕੁਛ ਨਾ ਕੁਛ ਮੈਂ ਆਪਣੇ ਦੇਸ਼ ਲਈ ਲੈ ਕੇ ਆਵਾਂ, ਅਤੇ ਮੇਰੀ ਇੱਛਾ ਪੂਰੀ ਹੋ ਗਈ ਹੈ। ਜਿਨ੍ਹਾਂ ਨੇ ਮਤਲਬ ਕੋਚਿੰਗ ਦਿੱਤੀ ਆ, ਅੰਜੂ ਬਾਬੀ ਜਾਰਜ ਦਾ ਹਸਬੈਂਡ ਕਹਿੰਦਾ ਕਿ ਲੌਂਗ ਜੰਪ ਵਿੱਚ ਪਹਿਲੀ ਗੱਲ ਹੁੰਦੀ ਆ ਕਿ ਉਹਦੀ ਬੰਦੇ ਦੀ ਸਪੀਡ ਬਹੁਤ ਹੋਈ ਚਾਹੀਦੀ ਹੈ ਖਿਡਾਰੀ ਦੀ, ਅਤੇ ਉਹ ਇਹਦੀ ਬਹੁਤ ਹੈ। ਅੰਜੂ ਬਾਬੀ ਜਾਰਜ ਵੀ ਤਾਂ ਇਸੇ ਕਰਕੇ ਕਾਮਯਾਬ ਸੀ, ਸਪੀਡ ਬਹੁਤ ਸੀ ਜੀ। ਦੂਜਾ ਨੇ ਆਖਿਆ ਕਿ ਟਾਈਮਿੰਗ ਬੜੀ ਪਰਫੈਕਟ ਰੱਖਦੀ ਹੈ, ਅਤੇ ਇਹਦੀ ਛੋਟੀ ਉਮਰ ਆ, ਆਸ ਰੱਖਣੀ ਚਾਹੀਦੀ ਹੈ ਕਿ ਅਗਲੀਆਂ ਓਲੰਪਿਕਸ ਤੱਕ ਇਹ ਕੁੜੀ ਦੁਨੀਆ 'ਚ ਧੁੰਮਾਂ ਪਾਵੇਗੀ। ਪਰ ਇਹਨੂੰ ਸਰਪ੍ਰਸਤੀ ਦੀ ਲੋੜ ਹੈ। ਸਰਕਾਰਾਂ ਸਰਪ੍ਰਸਤੀ ਦਾ ਚੇਤਾ ਕਰਨ, ਇਹ ਨਹੀਂ ਜਿਹੜਾ ਜਿੱਤ ਕੇ ਆ ਜਿਹਦੇ ਨਾਲ ਫੋਟੋ ਖਿਚਾ ਲਓ, ਪਨੀਰੀ ਪਾਲਣੀ ਵੀ ਪੈਂਦੀ ਹੈ ਜੀ। ਪੰਜ ਸਾਹਿਬ, ਇਹ ਤਾਂ ਹੋ ਗਈ ਖੇਡਾਂ ਦੀ ਗੱਲ। ਇੱਕ ਹੋਰ ਚਰਚਾ ਬੜੀ ਹੈ ਕਿ ਉੱਧਰ ਵੀ ਸਪੀਡ ਬਹੁਤ ਆ ਬੰਦਿਆਂ ਦੀ। ਭ੍ਰਿਸ਼ਟਾਚਾਰ ਦੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਤੋਂ। ਸਾਬਕਾ ਫੌਜੀਆਂ ਦੀ ਹੈਲਥ ਸਕੀਮ ਆ, ਉਹਦੇ ਵਿੱਚ ਘੁਟਾਲਾ ਸਾਹਮਣੇ ਆਇਆ। ਇਹ ਕੀ ਕਹਾਣੀ ਪੂਰੀ? ਬੜੀ ਸ਼ਰਮਨਾਕ ਗੱਲ ਹੈ ਕਿ ਅੰਮ੍ਰਿਤਸਰ 'ਚ ਮੁੜ ਕੇ ਇੱਦਾਂ ਦੇ ਸਕੈਂਡਲ ਨਿਕਲਦੇ। ਹੁਣ ਜਿਹੜੀ ਐਕਸ ਸਰਵਿਸਮੈਨ ਦੀ ਕੰਟਰੀਬਿਊਟਰੀ ਹੈਲਥ ਸਕੀਮ ਹੈ, ਉਸ ਸਕੀਮ ਦੇ ਵਿੱਚ ਇਹਨਾਂ ਨੇ ਘੁਟਾਲਾ ਕੀਤਾ। ਕੁਝ ਹਸਪਤਾਲਾਂ ਦੇ ਕਰਿੰਦੇ ਫੌਜੀਆਂ ਕੋਲ ਜਾਂਦੇ ਅਤੇ ਉਹਨਾਂ ਨੂੰ ਕਹਿੰਦੇ ਤੁਹਾਡੇ ਖਾਤੇ 'ਚ ਸਿੱਧੇ ਪੈਸੇ ਆਉਣਗੇ, ਤੁਸੀਂ ਆਪਣਾ ਆਈ ਕਾਰਡ ਵਗੈਰਾ ਸਾਰਾ ਕੋਈ ਡਿਟੇਲ ਸਾਨੂੰ ਦੇ ਦਿਓ, ਬਾਕੀ ਕੰਮ ਅਸੀਂ ਆਪੇ ਕਰ ਲੈਣਾ। ਲਿਆ ਕੇ ਇੱਥੇ ਕਾਗਜ਼ਾਂ 'ਚ ਉਹਨਾਂ ਨੂੰ ਦਾਖਲ ਕਰਦੇ ਆ ਕਿ ਬਿਮਾਰ ਹੈ ਅਤੇ ਇਹਦਾ ਅਸੀਂ ਇਲਾਜ ਕਰਦੇ ਪਏ। ਕਾਗਜ਼ਾਂ ਵਿੱਚ ਹੀ ਪੈਸੇ ਸਰਕਾਰ ਤੋਂ ਲੈਂਦੇ। ਉਹ ਪੈਸੇ ਕੁਝ ਹਸਪਤਾਲ ਦੇ ਬਿੱਲ ਇਹਨਾਂ ਨੂੰ ਮਿਲ ਜਾਂਦੇ, ਕੁਝ ਉਹਨਾਂ ਨੂੰ ਮਿਲ ਜਾਂਦੇ। ਇਹ ਸ਼ਿਕਾਇਤ ਹੋ ਗਈ।
ਔਰ ਫੌਜ ਦੇ ਬ੍ਰਿਗੇਡੀਅਰ ਨੇ ਜਿਹੜਾ ਇਸ ਡਿਪਾਰਟਮੈਂਟ ਨਾਲ ਸੰਬੰਧਿਤ ਉਹਨੇ ਸ਼ਿਕਾਇਤ ਦਰਜ ਕਰਾਈ ਹੈ। ਪੂਰੀ ਪੜਤਾਲ ਤੋਂ ਬਾਅਦ ਸ਼ਿਕਾਇਤ ਦਰਜ ਹੋਈ। ਇੱਕ ਹਸਪਤਾਲ ਦਾ ਨਾਂ ਸਿੱਧਾ ਆ ਗਿਆ, ਦੂਜਿਆਂ ਕੁਝ ਹੋਰਨਾਂ ਦੇ ਨਾਂ ਆਉਂਦੇ ਆ। ਇੱਕ ਵੱਡਾ ਹਸਪਤਾਲ ਜਿਹੜਾ ਹਰ ਮਾਮਲੇ 'ਚ ਇਹੋ ਜਿਹੇ ਚਰਚਿਤ ਹੁੰਦਾ, ਉਸ ਹਸਪਤਾਲ ਦਾ ਨਾਂ ਫਿਰ ਆ ਰਿਹਾ। ਉਹ ਪਤਾ ਨਹੀਂ ਕਿੰਨੇ ਘਾਲੇ ਵਾਲੇ ਕਰਦਾ, ਉਹ ਹਸਪਤਾਲ ਹਰ ਵਾਰੀ ਚਰਚਾ 'ਚ ਆਉਂਦਾ, ਹਰ ਵਾਰੀ ਵੱਜ ਜਾਂਦਾ। ਹੁਣ ਫਿਰ ਉਹਦਾ ਨਾਂ ਚਰਚਾ 'ਚ ਆ ਰਿਹਾ। ਔਰ ਚਰਚਾ ਤਾਂ ਇੱਥੋਂ ਤੱਕ ਵੀ ਹੈ ਕਿ ਫੌਜ ਦੇ ਸਾਬਕਾ ਮੁਲਾਜ਼ਮਾਂ ਵਾਸਤੇ ਸਕੀਮ ਹੈ ਜੀ, ਅਤੇ ਜਿਹੜਾ ਫੌਜ ਦਾ ਮਹਿਕਮਾ ਇਸ ਸਕੀਮ ਨੂੰ ਡੀਲ ਕਰਦਾ, ਉਹਦੇ ਨਾਲ ਸੰਬੰਧਿਤ ਉੱਥੇ ਡਾਕਟਰ ਹਸਪਤਾਲ ਦੇ, ਮਿਲਟਰੀ ਹਸਪਤਾਲ ਦੇ ਅਤੇ ਕੁਝ ਹੋਰ ਲੋਕ, ਉਹ ਵੀ ਇਸ ਹੇਰਾ ਫੇਰੀ 'ਚ ਕਿਸੇ ਨਾ ਕਿਸੇ ਰੂਪ 'ਚ ਸ਼ਾਮਲ ਹੈ। ਨਹੀਂ ਤਾਂ ਉੱਥੋਂ ਹਰ ਕੇਸ ਇੱਥੇ ਰੈਫਰ ਕਰਨਾ, ਔਰ ਖਾਸ ਉਹਨਾਂ ਹੀ ਹਸਪਤਾਲਾਂ 'ਚ ਮੁੜ ਕੇ ਰੈਫਰ ਕਰਨਾ, ਉਹ ਐਵੇਂ ਨਹੀਂ ਹੁੰਦਾ ਜੀ। ਉਹ ਕਾਗਜ਼ੀ ਪੱਤਰੀ ਰੈਫਰ ਕਰਨ ਲੱਗਿਆ। ਇਹ ਰੈਫਲ ਜਿਹੜਾ ਕੰਮ ਆ, ਰੈਫਰਲ ਦੇ ਵਿੱਚ ਹੀ ਉਹ ਆਪਸ ਵਿੱਚ ਲੈਣ ਦੇਣ ਕਰ ਲੈਂਦੇ ਆ, ਇੰਨੇ ਤੇਰੇ ਤੇ ਇੰਨੇ ਮੇਰੇ। ਉਹ ਜਿਹੜਾ ਕੰਮ ਚੱਲਦਾ ਪਿਆ, ਜੇ ਤਾਂ ਸਿਰਫ ਉੱਪਰਲੇ ਉੱਪਰ 4 ਦੋਸ਼ੀ ਫੜ ਕੇ ਤੇ ਕੰਮ ਸਾਰਤਾ, ਗੋਂਗਲੂਆਂ ਤੋਂ ਮਿੱਟੀ ਝਾੜਤੀ, ਫਿਰ ਕੁਛ ਹੋਣਾ ਨਹੀਂ। ਜੇ ਕੇਸ ਦੀ ਤਹਿ ਤੱਕ ਜਾਣਾ ਤੇ ਤਹਿ ਬੜੀ ਦੂਰ ਤੱਕ ਜਾਊਗੀ ਜੀ। ਪਰ ਸਾਹਿਬ, ਆਯੁਸ਼ਮਾਨ ਸਕੀਮ ਦੇ ਤਹਿਤ ਲੱਗਦਾ ਕਿਸੇ ਨਾ ਕਿਸੇ ਦਾ ਆਸ਼ੀਰਵਾਦ ਜ਼ਰੂਰ ਹੋਣਾ, ਤਾਂ ਹੀ ਕੰਮ ਚੱਲਦਾ। ਬਹੁਤ ਬਹੁਤ ਧੰਨਵਾਦ ਖਬਰਾਂ ਦੀ ਚਰਚਾ ਕੀਤੀ। ਸੋ ਅੱਜ ਦੇ ਪ੍ਰੋਗਰਾਮ ਵਿੱਚ ਬਸ ਸੁਣਨਾ ਇੰਨਾ ਹੀ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।